ਹੈਲੋ एवरीवन, उम्मीद करते हैं सारे चढ़ती कला ਦੇ ਵਿੱਚ ਹੋਣੇ ਹੋ ਤੇ ਤਿਆਰੀ ਵੀ ਚੰਗੀ ਚੱਲਦੀ ਹੋਣੀ ਹੈ ਤੁਹਾਡੀ, ਹੈ ਨਾ। ਅੱਜ ਅਸੀਂ ਆਪਣਾ ਕੰਪਲੈਕਸ ਨੰਬਰ ਦਾ ਕਹਿ ਲਈਏ ਲਾਸਟ ਟੌਪਿਕ, ਜੇ +1 ਦਾ ਸਿਲੇਬਸ ਵੇਖੀਏ ਉਹਦੇ ਅਕੋਰਡਿੰਗ ਲਾਸਟ ਟੌਪਿਕ ਅੱਜ ਸਾਡਾ ਅਕੋਰਡਿੰਗ ਟੂ +1 है ना जो ਸਿਲੇਬਸ ਸਾਡਾ ਕੰਪਲੈਕਸ ਨੰਬਰ ਕੰਪਲੀਟ ਹੋ ਜਾਣਾ। ਤੇ ਉਸ ਤੋਂ ਬਾਅਦ ਕੁਝ ਟੌਪਿਕ ਜੋ ਐਡੀਸ਼ਨਲ ਨੇ ਉਹ ਪਹਿਲਾਂ ਵੀ +1 ਦੇ ਵਿੱਚ ਹੁੰਦੇ ਸੀ, ਸਾਡੇ ਟਾਈਮ ਹੁੰਦੇ ਸੀ, ਬਟ ਹੁਣ ਉਹ ਸਿਲੇਬਸ ਤੋਂ ਬਾਹਰ ਕੱਢ ਦਿੱਤੇ ਗਏ ਆ, ਬਟ ਉਹ ਵੀ ਅਸੀਂ ਕਰਾਂਗੇ, ठीक है, क्योंकि वो मास्टर केडर का पेपर सैट होंदा ही है, ठीक है। बट जो +1 का सिलेबस है वो अज कंप्लीट हो जाना। आओ असीं वेखदे हां अज दा जो साडा टॉपिक होणगे, असीं की डिस्कस करांगे ते की करन दे योग हो जाएंगे अज पढ़न तो बाद। सब तो पहला असीं फंडामेंटल थ्योरम ऑफ अलजबरा, फंडामेंटल थ्योरम ऑफ अलजबरा की स्टेटमेंट ही है इकल्ली, ठीक है, तुहाडे सिलेबस दे विच ते असां ने वो करनी है। उस तो बाद क्वाड्रेटिक इक्वेशनस, ठीक है, मास्टर केडर च भी पिया ते अपने +1 दे विच भी पिया, दोनों, ठीक है। ਇਹਦੇ ਵਿੱਚ ਵੀ ਕੁਐਸਚਨ ਆ ਜਾਂਦੇ ਆ ਕੁਆਡਰੇਟਿਕ ਇਕੁਏਸ਼ਨਸ ਤੋਂ, ਕਨਸੈਪਚੁਅਲ ਕੁਐਸਚਨ ਵੀ ਆ ਜਾਂਦੇ ਆ ਤੇ ਕਈ ਵਾਰ ਸੋਲਵ ਕਰਨ ਲਈ ਵੀ ਆਉਂਦੇ ਆ। ਸਭ ਤੋਂ ਪਹਿਲਾਂ ਫੰਡਾਮੈਂਟਲ ਥਿਊਰਮ ਆਫ ਅਲਜਬਰਾ ਵੱਲ ਵਧਦੇ ਹਾਂ ਅਸੀਂ। ਫੰਡਾਮੈਂਟਲ ਥਿਊਰਮ ਆਫ ਅਲਜਬਰਾ। ਇਹਦੇ ਵਿੱਚ ਕੀ ਆ ਸਟੂਡੈਂਟਸ, ਜਿਹੜੀਆਂ ਗੱਲਾਂ ਤੁਹਾਨੂੰ ਪਤਾ ਹੀ ਨੇ ਉਹ ਵੀ ਮੈਂ ਇਹਦੇ ਵਿੱਚ ਰਿਪੀਟ ਹੋਣਗੀਆਂ, ਠੀਕ ਹੈ। ਜਿਹੜੇ ਨਵੇਂ ਸਟੂਡੈਂਟ ਨੇ ਹੋ ਸਕਦਾ ਉਹਨਾਂ ਨੂੰ ਨਾ ਪਤਾ ਹੋਵੇ। ਜਿਵੇਂ ਕਿ ਤੁਹਾਨੂੰ ਇਕੁਏਸ਼ਨ ਦੇ ਦਿੱਤੀ ਹੈ ਕੋਈ ਇੱਕ ਜਨਰਲ ਇਕੁਏਸ਼ਨ ਲੈਂਦੇ ਆ, ax + b = 0, ਠੀਕ ਹੈ। ਇਹ ਜਨਰਲ ਇਕੁਏਸ਼ਨ ਆ। ਅਸੀਂ ਇੱਕ ਸਪੈਸ਼ਲ ਇਕੁਏਸ਼ਨ ਲੈ ਲਈ x + 1 = 0। ਤੁਹਾਨੂੰ ਕਹਿ ਦਿੱਤਾ ਸੋਲਵ ਕਰੋ ਜੀ, ਸੋਲਵ, ਠੀਕ ਹੈ। ਤੁਸੀਂ ਕੀ ਕਰੋਗੇ ਜੀ, ਬਿਲਕੁਲ ਸੌਖਾ ਹੀ ਕੰਮ ਆ। ਆਓ ਜੋ 1 ਵਾਲਾ ਹੈ ਨਾ, 1 ਹੈ, ਇਹਨੂੰ ਰਾਈਟ ਸਾਈਡ 'ਤੇ ਲੈ ਜਾਓਗੇ, x = -1, ਤੁਸੀਂ ਕਹੋਗੇ ਜੀ ਆਂਸਰ ਹੈ, ਠੀਕ ਹੈ। ਇੰਨਾ ਹੀ ਕੰਮ ਆ ਸਾਡਾ। ਹੁਣ ਚੀਜ਼ਾਂ ਨੂੰ ਅਸੀਂ ਕੋਲੇਟ ਕਰਾਂਗੇ। ਹੁਣ ਇੱਕ ਐਗਜ਼ਾਮਪਲ ਹੋਰ ਲੈਂਦੇ ਹਾਂ ਅਸੀਂ, ਠੀਕ ਹੈ, ਫਿਰ ਉਹਦੇ ਬਾਰੇ ਡਿਸਕਸ ਕਰਾਂਗੇ, ਫਿਰ ਤੀਜੀ ਲਵਾਂਗੇ, ਫਿਰ ਉਹਦੇ ਬਾਰੇ ਡਿਸਕਸ ਕਰਾਂਗੇ, ਫਿਰ ਇੱਕ ਕਾਮਨ ਰਿਜ਼ਲਟ ਵੱਲ ਨਹੀਂ ਵਧਾਂਗੇ, ਠੀਕ ਹੈ। ਹੁਣ ਵੇਖੋ, ਤੁਹਾਨੂੰ ਕਹਿ ਦਿੱਤਾ ਸੋਲਵ, ਮੰਨ ਲਓ ਇੱਦਾਂ ਦੀ ਇਕੁਏਸ਼ਨ ਆ x² + 3x + 2 = 0, ਠੀਕ ਹੈ। ਸੋਲਵ ਕਰੋ ਜੀ, ਇਹਨੂੰ ਸੋਲਵ ਕਰਾਂਗੇ ਜੀ। ਅਸੀਂ ਕਹਿ ਦਿੱਤਾ ਜੀ x ਦਾ ਸਕੁਅਰ + 2x + x + 2 = 0, ਠੀਕ ਹੈ। ਜਾਂ ਤਾਂ ਅਸੀਂ ਫੈਕਟਰ ਬਣਾ ਕੇ ਕਰ ਸਕਦੇ ਹਾਂ ਜਾਂ ਡਿਸਕ੍ਰਿਮੀਨੈਂਟ ਵਾਲੇ ਮੈਥਡ ਨਾਲ ਕਰ ਸਕਦੇ ਹਾਂ, ਠੀਕ ਹੈ। ਇੱਥੋਂ x ਕਾਮਨ ਕੱਢਿਆ, x + 2 ਆ ਗਿਆ, ਇੱਥੇ ਵੀ x + 2 ਆ ਗਿਆ, ਇੱਥੇ +1 ਆ ਗਿਆ, = 0 ਆ ਗਿਆ। x + 2 ਤੇ x + 1 = 0 ਆ ਗਿਆ। x = -1 ਤੇ -2, ਠੀਕ ਹੈ। ਇਹ ਇੱਦਾਂ ਆ ਗਿਆ। ਇੱਥੇ ਦੇਖੋ ਕਿੰਨੇ ਆਂਸਰ ਆਏ ਨੇ, 2 ਆਂਸਰ। ਇੱਥੇ ਕਿੰਨਾ ਆਂਸਰ ਆਏ ਸੀ, 1 ਆਂਸਰ ਆਏ ਸੀ, ਠੀਕ ਹੈ। ਇੱਕ -1 ਇੱਕ -2। ਹੁਣ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦਿੰਦਾ ਇੱਕ, ਸੋਲਵ ਕਰੋ ਜੀ। ਕਹਿੰਦੇ ਜੀ x - 2 x - 1 x - 3 = 0। ਮੈਂ ਇਕੁਏਸ਼ਨ ਤੋਂ ਡਾਇਰੈਕਟ ਫੈਕਟਰ ਬਣਾ ਕੇ ਰੱਖ ਲਏ, ਹੈ ਨਾ। ਇਹ ਪਾਵਰ 3 ਵਾਲੀ ਇਕੁਏਸ਼ਨ ਆ। ਜੇ ਇਹਨੂੰ ਤੁਸੀਂ ਸੋਲਵ ਕਰੋਗੇ, ਮਲਟੀਪਲਾਈ ਕਰੋਗੇ ਤਾਂ ਕਿੱਦਾਂ ਆ ਜਾਊਗਾ, ax³ + bx + c = x² cx + d = 0। ਇੱਦਾਂ ਦੀ ਇਕੁਏਸ਼ਨ ਬਣ ਜਾਣੀ ਆ। A B C D ਕੀ ਨੇ, ਕੌਂਸਟੈਂਟ ਨੇ, ਠੀਕ ਹੈ। ਜਦੋਂ ਇਹਨੂੰ ਸੋਲਵ ਕਰਾਂਗੇ, ਇੱਥੋਂ ਦੇਖੋ ਸੋਲਿਊਸ਼ਨ ਕਿੰਨੇ ਆਉਂਦੇ ਨੇ। ਇੱਥੋਂ ਸੋਲਿਊਸ਼ਨ ਆ ਗਿਆ ਸਾਡਾ 2 3 ਤੇ 1, ਠੀਕ ਹੈ। ਕਿੰਨੇ ਸੋਲਿਊਸ਼ਨ ਆਏ ਸਟੂਡੈਂਟਸ ਇੱਥੇ, 3 ਸੋਲਿਊਸ਼ਨ ਆਏ। ਹੁਣ ਦੇਖੋ ਇੱਕ ਚੀਜ਼ ਇੱਥੇ ਦਿਖਾਉਣਾ ਤੁਹਾਨੂੰ ਮੈਂ। ਇੱਥੇ ਆਹ ਇਕੁਏਸ਼ਨ ਦੇ ਵਿੱਚ ਪਾਵਰ ਕਿੰਨੀ ਸੀ x ਦੀ, 1 ਪਾਵਰ ਸੀ। ਸੋਲਿਊਸ਼ਨ ਕਿੰਨੇ ਆਏ, 1 ਆਇਆ। ਹੁਣ ਆਹ ਇਕੁਏਸ਼ਨ 'ਚ ਪਾਵਰ ਕਿੰਨੀ ਸੀ x ਦੀ, ਮੈਕਸਿਮਮ ਪਾਵਰ, ਠੀਕ ਹੈ, ਉਹ ਕਿੰਨੀ ਸੀ, 2 ਸੀ। ਸੋਲਿਊਸ਼ਨ ਕਿੰਨੇ ਆਏ, 2 ਆਏ। ਇਹ ਇਕੁਏਸ਼ਨ ਦੇ ਵਿੱਚ ਪਾਵਰ ਕਿੰਨੀ ਸੀ x ਦੀ, 3 ਸੀ। ਸੋਲਿਊਸ਼ਨ ਕਿੰਨੇ ਆਏ, 3 ਆਏ, ਠੀਕ ਹੈ। ਅਗਰ 1 ਪਾਵਰ ਆ ਤਾਂ 1 ਸੋਲਿਊਸ਼ਨ ਆਉਂਦਾ, 2 ਪਾਵਰ ਆ 2 ਸੋਲਿਊਸ਼ਨ ਆਉਂਦੇ ਨੇ, 3 ਪਾਵਰ ਆ 3 ਸੋਲਿਊਸ਼ਨ ਆਉਂਦੇ ਨੇ। ਅਗਰ n ਪਾਵਰ ਆ ਜੀ, n ਸੋਲਿਊਸ਼ਨ ਆਉਣਗੇ। ਇਹੋ ਕੀ ਆ ਫੰਡਾਮੈਂਟਲ ਸੋਲਿਊਸ਼ਨ, ਫੰਡਾਮੈਂਟਲ ਥਿਊਰਮ ਆਫ ਅਲਜਬਰਾ। ਫੰਡਾਮੈਂਟਲ ਥਿਊਰਮ ਆਫ ਅਲਜਬਰਾ ਇਹੋ ਕਹਿੰਦੀ ਆ, ਅਗਰ ਕੋਈ ਇਕੁਏਸ਼ਨ ਆ ਆਫ nth ਆਰਡਰ, ਦੈਨ ਉਹਦੇ ਸੋਲਿਊਸ਼ਨ ਵੀ n ਹੀ ਹੋਣਗੇ, ਠੀਕ ਹੈ। ਹੁਣ ਇਹਨੂੰ ਜਨਰਲਾਈਜ਼ ਕਰ ਸਕਦੇ ਹਾਂ ਅਸੀਂ, ਜਨਰਲਾਈਜ਼ ਤਾਂ ਹੈ ਹੀ ਹੈ। ਚਲੋ ਜੇ nth ਆਰਡਰ ਦੀ ਇਕੁਏਸ਼ਨ ਆ ਤਾਂ ਉਹਦੇ ਸੋਲਿਊਸ਼ਨ ਵੀ n ਹੀ ਹੋਣਗੇ, n ਨੰਬਰ ਆਫ ਸੋਲਿਊਸ਼ਨ ਹੋਣਗੇ। ਅਗਰ 5 ਹੈ ਨਾ 5th ਆਰਡਰ ਦੀ ਇਕੁਏਸ਼ਨ ਆ ਤਾਂ ਕਿੰਨੇ ਸੋਲਿਊਸ਼ਨ, 5 ਹੋਣਗੇ। ਅਗਰ 10 ਆਰਡਰ ਦੀ ਇਕੁਏਸ਼ਨ ਆ ਤਾਂ 10 ਹੋਣੇ ਆ, ਠੀਕ ਹੈ। ਹੁਣ ਤੁਸੀਂ ਉਮੀਦ ਕਰਦਾ ਸਮਝ ਗਏ ਹੋਣੇ ਹੋ, ਠੀਕ ਹੈ, ਠੀਕ ਹੈ ਵੀ। ਹੁਣ ਇਹਨੂੰ ਜੇ ਆਪਾਂ ਥੋੜ੍ਹਾ ਜਿਹਾ ਹੋਰ ਥਿਓਰੈਟੀਕਲੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੀਏ ਤਾਂ ax ਦੀ n + bxn⁻⁻1 + cx⁻⁻⁻
n-2 इदा तो चलती जाऊगी इक्वेशन, ठीक है। एंड दे कोई पी आ जाऊगा नंबर इक्वल टू 0 आ जाऊगा कॉन्सटेंट, ठीक है। हुण साडे कोल ये इक्वेशन की मैक्सीमम पावर कितनी आ, ये सारियां दे विच आ वाला जो नंबर हुंदा है ना, आ वाला इत्थे जदों अपने कोल जनरल इक्वेशन लैंदे पए आ तां ए नॉट इक्वल टू 0 लैना हुंदा। एक कंडीशन जरूर रखनी है, क्योंकि अगर ए 0 हो गया तो सारी की सारी टर्म 0 हो जू तो मैक्सीमम पावर n-1 रह जूगी, है ना, उत्थे काम गलत हो जूगा। ये चीज़ तुसां ने ध्यान च रखनी आ। अगर जनरल इक्वेशन लैने हो, ठीक है, उहदे विच जो मैक्सीमम पावर वाला कॉन्सटेंट है उन्होंने नॉट इक्वल टू 0 करना जरूरी है, ठीक है। हुण देखो मैक्सीमम पावर कितनी आ, n आ, तो सल्यूशन कितने होणगे साडे Vn ही होणगे। इहो फंडामेंटल थ्योरम ऑफ अलजबरा कहती है, ठीक है। उम्मीद करदा तुसीं समझ गए होणे हो। तो हुण थोड़ा जिहा आपां इक्वेशनस बारे डिटेल दे विच पढ़ांगे, है ना। हुण तक तुसीं 10वीं तक तां की करिया सी, है ना, इक्वेशन दित्ती तुसां ने सॉल्व कर ली है ना। तो सारे दे सारे कॉन्सटेंट सीगे जो इक्वेशन के कॉन्सटेंट हुंदे आ, सॉरी कोफिशेंट हुंदे आ, जो इक्वेशन के कोफिशेंट हुंदे आ वो सारे दे सारे की हुंदे आ, रियल वैल्यू दे हुंदे आ। असीं अज तक इदां दी इक्वेशनां वेखियां ने, x² + 2x + 3 इक्वल टू 0, जां है ना 5x³ + 2x² + 3 इक्वल टू 0, इदां दी इक्वेशनस ही वेखियां ने। कि साने इदां दी इक्वेशनां वेखियां ने जो +1 कर चुके उन्होंने वेखियां ने, जिहड़े हुण नवे आए ने उन्होंने नहीं वेखियां। मान लो इदां, लो जी 25x² + 18 + i x + i इक्वल टू 0, ठीक है। जां फिर इदां कर लो x² + 18x + 9 i इक्वल टू 0, ठीक है। जां फिर इदां भी कर लो, आ वाला इत्थे 18 दे नाल i लग्या होया, इदां भी हो सकदा, ठीक है। किसी भी तरह हो सकता। हुण फर्क की है इन्हां इक्वेशनस दे विच, आ इक्वेशनस च फर्क की आ, ये इक्वेशन दे विच फर्क ये आ, इहदे जो कोफिशेंट ने वो सारे दे सारे की ने रियल वैल्यूड ने, बट ये कोफिशेंट की ने इमेजिनरी भी ने। घट्टो घट्ट एक कोफिशेंट इमेजिनरी होवे तां वो इधर वाली इक्वेशनस दे विच आ जांदियां ने, जो सारे दे सारे कोफिशेंट रियल होणगे तां ये फस्ट वाली इक्वेशनस दे विच आ जांदियां ने। हुण जनरल इक्वेशन किदां लिख सकते हैं असीं? जनरल इक्वेशन इदां लिख सकते हैं, देखो ax² + bx + c इक्वल टू 0, a b c आल रियल, इदां हो सकता फर्स्ट टाइप ऑफ इक्वेशन। दूसरा ax² + bx + c इक्वल टू 0, एट लीस्ट वन कोफिशेंट इज इमेजिनरी, घट्टो घट्ट एक कोफिशेंट इमेजिनरी है, ठीक है। ਜਦੋਂ ਹੁਣ ਕੋਫੀਸ਼ੈਂਟ ਦਾ ਫਰਕ ਪੈ ਗਿਆ ਸਟੂਡੈਂਟਸ, ਉੱਦਾਂ ਫਿਰ ਇਹਨਾਂ ਦੀਆਂ ਪ੍ਰੋਪਰਟੀਜ਼ ਦੇ ਵਿੱਚ, ਇਹਨਾਂ ਦੇ ਸੋਲਿਊਸ਼ਨਸ ਦੇ ਵਿੱਚ ਕਾਫੀ ਡਿਫਰੈਂਸ ਆ ਜਾਂਦਾ। ਉਹ ਪ੍ਰੋਪਰਟੀਜ਼ ਅਸੀਂ ਡਿਸਕਸ ਕਰਾਂਗੇ ਵੀ ਅਗਰ ਕੋਈ ਇਕੁਏਸ਼ਨ ਕੌਨਸਟੈਂਟ ਰੀਅਲ ਕੋਫੀਸ਼ੈਂਟਸ ਵਾਲੀ ਆ ਤਾਂ ਉਹਦੇ ਰੂਟਸ ਕਿੱਦਾਂ ਹੁੰਦੇ ਨੇ। ਅਗਰ ਕੋਈ ਇਕੁਏਸ਼ਨ ਇੱਦਾਂ ਦੀ ਆ ਵੀ ਜਿਹਦੇ ਕੋਫੀਸ਼ੈਂਟ ਇਮੈਜਨਰੀ ਹੋਣ ਜਾਂ ਹੈ ਨਾ ਦੋਨੋਂ ਕੰਬਾਈਨਡ ਹੋਣ, ਰੀਅਲ ਅਤੇ ਇਮੈਜਨਰੀ ਦੇ ਕੰਬੀਨੇਸ਼ਨ ਹੋਣ, ਦੈਨ ਸੋਲਿਊਸ਼ਨ ਸਾਡੇ ਕਿੱਦਾਂ ਦੇ ਹੁੰਦੇ ਨੇ, ਠੀਕ ਹੈ। स्टूडेंट्स हुण असीं की करते हैं, हुण असीं इहदे कोफिशेंट्स जो रियल कोफिशेंट्स वाली इक्वेशन आ उहदे रूट्स वन्नी वधदे आ, उहदे रूट्स किदां दे हो सकते हैं, ठीक है। दो तरह के रूट्स हो सकते हैं। पहली गल तां हैगी आ आल रूट्स आर रियल, ठीक है, सारे दे सारे रूट रियल होण। अगर इमेजिनरी आ गए, इफ कोई इमेजिनरी आ गया, मान लो रूट इमेजिनरी रूट एग्जिस्ट, ठीक है, कोई रूट इमेजिनरी आ गया, देन इट्स कंजुगेट इज आल्सो रूट, ठीक है। मान लो कोई इदां दा रूट आ गया, मान लो -3 i, ठीक है, इहदा कंजुगेट करांगे 1 + 3 i। अगर ये रूट हैगा तो यह भी रूट होएगा। कंजुगेट सॉरी इमेजिनरी रूट पेयर्स दे विच एग्जिस्ट करते हैं, ठीक है। ये तुसां ने ध्यान दे विच रखनी आ। अगर कोफिशेंट रियल ने तो दो तरह की कंडीशन हो सकती है, एक तो सारे दे सारे रूट रियल हो सकते हैं, दूजी गल ये आ मिक्स हो सकते हैं, रियल होण कुछ तो इमेजिनरी होण। बट इमेजिनरी की भी अगे कंडीशन आ, इमेजिनरी जे एक रूट आ जाऊगा तो दूसरा उसका कंजुगेट भी एग्जिस्ट करूगा। इदां नहीं कह सकते भी तुसीं 1 - 3 i आ गया, एक रूट है ना 1 - 3 i, दूसरा 2 है, तीसरा 1 है, ठीक है। मतलब कोई 3 डिग्री की क्यूबिक इक्वेशन है, ठीक है। मतलब कि ये सिंगल रूट एग्जिस्ट नहीं करता है रियल कोफिशेंट दे विच, कोफिशेंट वाली इक्वेशन दे विच, ठीक है। हुण देखो तुहानूं पता ही है सम ऑफ रूट ते, है ना, सम ऑफ रूट
सम ऑफ रूट्स एंड प्रोडक्ट ऑफ रूट्स ऑलवेज रियल। ठीक है, ऑब्जैक्टिव पेपर की जो तैयारी करते पे बच्चे उन्होंने लिए ये चीज़ां बेनीफिशियल ने। ठीक है, ये तुसां ने याद रखनिया ने, तुहाडे डायरैक्ट क्वेश्चन MCQ बन सकता है ये। ठीक है, ये तुसां ने याद रखना, सम ऑफ रूट्स एंड प्रोडक्ट ऑफ रूट्स ऑलवेज रियल। ठीक है, हुण मान लो कोई रूट आही ने, इन्हां दा सम करांगे स्टूडेंट्स। देखो 1 - 3 आयोटा प्लस 1 - 3 आयोटा, 3 आयोटा नाल 3 आयोटा गया, सॉरी एक प्लस का आएगा इत्थे। ठीक है, तो 2 आ गया आंसर। 2 की है, रियल आ। ठीक है, इदा ही आ सम ऑफ रूट्स भी कर लो चाहे प्रोडक्ट ऑफ रूट्स कर लो, अपना रियल ही आएगा। किहड़ी इक्वेशनस दे विच जदों कोफिशिएंट साडे रियल ने। ठीक है, हुण असीं पढ़ांगे अपने जदों कोफिशिएंट साडे घट्टो घट्ट एक कोफिशिएंट इमेजिनरी आ जांदा। जदों कोफिशिएंट साडे इमेजिनरी आ गया घट्टो घट्ट एक, दैन की होएगा, एट लीस्ट वन रूट इज नॉन रियल। घट्टो घट्ट एक रूट नॉन रियल होएगा, इदां दा रूट होएगा जो इमेजिनरी होएगा। ठीक है, सैकेंड वाली ये भी कोई कंडीशन नहीं हैगी, नो कंडीशन टू एग्जिस्ट पेयर ऑफ रूट्स, पेयर ऑफ इमेजिनरी रूट्स। इमेजिनरी रूट ही एग्जिस्ट करते हैं, करन पेयर ऑफ इमेजिनरी रूट्स एग्जिस्ट करूगा, वो कोई कंडीशन नहीं। सिंगल रूट एग्जिस्ट कर सकता। मान लो 2 आयोटा आ गया, ये की सी, मान लो 2 आयोटा आ गया जी, लो तो -2 आयोटा भी होएगा। इत्थे जे 2 आयोटा आ गया, असीं इदां नहीं कहांगे भी 2 आयोटा माइनस का भी होएगा, ये कोई कंडीशन नहीं हैगी। हो भी सकता, नहीं भी हो सकता। ठीक है, ये भी नहीं हैगा भी नहीं होएगा, हो भी सकता, नहीं भी हो सकता। ठीक है, कोई पक्की कंडीशन नहीं हैगी। बट ये 2 आयोटा होएगा अगर, तो माइनस का 2 आयोटा कन्फर्म है, वो भी होएगा। ठीक है, तो हुण गल कर लिए सम ऑफ रूट्स एंड प्रोडक्ट ऑफ रूट्स मे और मे नॉट बी रियल और इमेजिनरी। ਉਹਦੇ बारे भी कुछ नहीं कहा जा सकता। ठीक है, सम ऑफ रूट्स बारे भी नहीं कुछ कहा जा सकता, तो प्रोडक्ट ऑफ रूट्स बारे भी नहीं कुछ कहा जा सकता भी वो रियल होणगे या इमेजिनरी होणगे। ठोस जिहियां गल्लां तां अपने कॉन्सटेंट कोफिशिएंट वालियां दी इक्वेशनस दे लई ही है। ठीक है, हुण असीं अपने क्वाड्रेटिक इक्वेशनस वन्नी वधदे हां, जो साडा अज दा कह लो मेन टॉपिक है। ये गल्लां तुहानूं जरूरी सी दस्सणीआं। ठीक है, वैसे तां अपना फंडामेंटल थ्योरम तो उस तो बाद क्वाड्रेटिक इक्वेशन ही सी मेन टॉपिक, तो ये चीज़ां जरूरी थी जिन्होंने ऑब्जैक्टिव पेपर करना है ना, क्योंकि उत्थे तुसीं ये चीज़ां याद होणगियां, तुहानूं ज़्यादा दिमाग नहीं लाउणा पऊगा, तुहानूं सर्च नहीं करनी पऊ, तुहानूं कैलकुलेशनस नहीं करनियां पैणियां, ये आसानी दे नाल तुसीं सॉल्व कर सकते हैं। हुण असीं क्वाड्रेटिक इक्वेशनस पढ़ते हैं। क्वाड्रेटिक इक्वेशनस सारिਆਂ ਨੂੰ पता ही है लगभग। ठीक है, लगभग की सारिਆਂ ਨੂੰ पता, क्योंकि 10th सब ने करी, ਉਹਦੇ ਵਿੱਚ ਹੁੰਦੀਆਂ ਨੇ इन दी ax² प्लस bx प्लस c = 0। ये फॉर्म की इक्वेशन की कहांगे सी, क्वाड्रेटिक इक्वेशन कहांगे। ठीक है, तुहानूं पता जिवें मैं पहला दस के हटिया, ये किन्ने रूट होणगे, 2 रूट्स होणगे। ठीक है, मान लो पहला रूट की है अल्फा, सैकेंड वाला की है बीटा। ठीक है, हुण देखो जिहड़ी ये क्वाड्रेटिक इक्वेशनस लई सानूं जरूरी हुंदियां ने चीज़ां पता होणियां, सम ऑफ रूट्स अल्फा प्लस बीटा = b/a माइनस द b/a, प्रोडक्ट ऑफ रूट्स अल्फा इंटू बीटा इज c/a, c डिवाइडेड बाई a। सॉल्व मैं तो नहीं करवा रहा क्योंकि तुहानूं पता ही है सारिਆਂ ਨੂੰ सॉल्व करनियां आउंदियां ने, सारे सॉल्व करके पिछों आए हैं। ठीक है, हुण देखो ये हो गए सम ऑफ रूट्स ते प्रोडक्ट ऑफ रूट्स। मेन क्वेश्चन आ चीज़ों तो बनता हुंदा, ये तुहानूं आउणियां चाहीदियां ने, -b/a c/a, ये चीज़ां भुल्लणियां नहीं हैगियां तुसां ने। ठीक है, हुण देखो क्वेश्चन किदां दा बनूगा, क्वेश्चन इदां दा ही बनूगा 2x² प्लस 5x प्लस 6 = 0। तुहानूं कहा जाऊगा इनू सॉल्व कर लो। ठीक है, हुण तुसीं दो तरीके नाल सॉल्व करोगे, या तो डिस्क्रिमिनेंट मैथड नाल ਜਾਂ फिर तुसीं फैक्टराइजेशन फैक्टर बना लोगे। ठीक है, दोनों मैथड्स दे नाल आसानी दे नाल तुसीं रूट्स कढ सकते हो। ठीक है भी स्टूडेंट्स, हुण असीं किदां कर सकते हैं, सानूं क्वेश्चन एक इदां भी आ जांदा, मान लो सानूं दिता होया एक अल्फा दिता होया कुछ, तो बीटा दिता होया कुछ,
ठीक है। ਤੁਹਾਨੂੰ ਕਹਿ ਦਿੱਤਾ ਇਕੁਏਸ਼ਨ ਆਫ ਫਾਈਂਡ ਕਰੋ, ਇਹ ਰੂਟਸ ਨੇ ਇਹਨਾਂ ਦੀ ਇਕੁਏਸ਼ਨ ਫਾਈਂਡ ਕਰੋ। ठीक है, ਤੁਸੀਂ ਨੇ ਕੀ ਕਰਨਾ, ਸਮ ਆਫ ਰੂਟਸ ਫਾਈਂਡ ਕਰਨਾ, ਅਲਫਾ ਪਲੱਸ ਬੀਟਾ ਫਾਈਂਡ ਕਰਨਾ, ਤੇ ਉਸ ਤੋਂ ਬਾਅਦ ਪ੍ਰੋਡਕਟ ਆਫ ਰੂਟਸ ਫਾਈਂਡ ਕਰਨਾ, ਅਲਫਾ ਇੰਟੂ ਬੀਟਾ ਫਾਈਂਡ ਕਰਨਾ, ਦੋਨੋਂ ਫਾਈਂਡ ਕਰ ਲੈਣੇ ਆ। ਉਸ ਤੋਂ ਬਾਅਦ ਐਕਸ ਦਾ ਸਕੇਅਰ ਮਾਈਨਸ ਐਸ ਐਕਸ ਪਲੱਸ ਪੀ ਇਕੁਅਲ ਟੂ 0, ਇਹਨੂੰ ਸੋਲਵ ਕਰ ਲਓਗੇ ਤੁਹਾਡੀ ਕੀ ਆ ਜਾਣੀ ਇਕੁਏਸ਼ਨ ਆ ਜਾਣਗੇ। ਇਹ ਉਹ ਇਕੁਏਸ਼ਨ ਆਏਗੀ ਜਿਹਦੇ ਆ ਵਾਲੇ ਅਲਫਾ ਤੇ ਬੀਟਾ ਰੂਟ ਨੇ। ਇੱਕ ਹੋਰ ਮੈਥਡ ਆ ਜਿਹਦੇ ਨਾਲ ਤੁਸੀਂ ਤੁਹਾਨੂੰ ਆਪਸ਼ਨਸ ਦੇ ਵਿੱਚ ਇੱਥੇ ਇਕੁਏਸ਼ਨਸ ਦਿੱਤੀਆਂ ਹੋਣਗੀਆਂ। ਠੀਕ ਹੈ, ਅਲਫਾ ਉਹਦੇ ਵਿੱਚ ਭਰ ਕੇ ਵੇਖ ਲਾਂਗੇ, ਅਗਰ ਸੈਟਿਸਫਾਈ ਕਰਦਾ ਤਾਂ ਉਹਦਾ ਰੂਟ ਹੋਏਗਾ। ਉਸ ਤੋਂ ਬਾਅਦ ਬੀਟਾ ਭਰ ਕੇ ਵੇਖਾਂਗੇ, ਉਹ ਰੂਟ ਸੈਟਿਸਫਾਈ ਕਰੇਗਾ ਤਾਂ ਉਹ ਵੀ ਉਹਦਾ ਰੂਟ ਹੋਏਗਾ। ਫਿਰ ਅਸੀਂ ਉਹ ਵਾਲੀ ਆਪਸ਼ਨ ਨੂੰ ਟਿਕ ਕਰ ਲਾਂਗੇ ਜਿਹੜੀ ਇਕੁਏਸ਼ਨ ਨੂੰ ਦੋਨੋਂ ਰੂਟ ਸੈਟਿਸਫਾਈ ਕਰਦੇ ਨੇ। ਠੀਕ ਹੈ, ਹੁਣ ਦੇਖੋ ਕੁਐਸਚਨ ਕਿੱਦਾਂ ਦਾ ਆ ਸਕਦਾ, ਹੋਰ ਤੁਹਾਨੂੰ ਕੁਐਸਚਨ ਇੱਦਾਂ ਦਾ ਆ ਸਕਦਾ, ਕੋਈ ਇਕੁਏਸ਼ਨ ਦਿੱਤੀ ਹੋਈ ਹੈ ਆਪਣੇ ਕੋਲ ਐਕਸ ਸਕੇਅਰ ਪਲੱਸ 1 ਇਕੁਅਲ ਟੂ 0, ਐਕਸ ਸਕੇਅਰ ਪਲੱਸ 1 ਇਕੁਅਲ ਟੂ 0, ਕਹਿੰਦੇ ਫਾਈਂਡ ਕਰੋ ਅਲਫਾ ਬਾਏ ਬੀਟਾ ਪਲੱਸ ਬੀਟਾ ਬਾਏ ਅਲਫਾ। ਠੀਕ ਹੈ, ਇਹ ਚੀਜ਼ ਫਾਈਂਡ ਕਰਨੀ ਆ। ਸੋਲਵ ਕਿੱਦਾਂ ਕਰਾਂਗੇ ਸਟੂਡੈਂਟਸ, ਅਸੀਂ ਇੱਥੋਂ ਕਰਾਂਗੇ ਇਹਦਾ ਸਮ ਆਫ ਰੂਟਸ ਕੱਢਾਂਗੇ। ਪਹਿਲਾਂ ਅਲਫਾ ਪਲੱਸ ਬੀਟਾ ਕੱਢੋ, ਅਲਫਾ ਪਲੱਸ ਬੀਟਾ ਇਜ਼ ਇਕੁਅਲ ਟੂ -1। ਠੀਕ ਹੈ, ਅਲਫਾ ਇੰਟੂ ਬੀਟਾ ਇਜ਼ ਇਕੁਅਲ ਟੂ 1। ਠੀਕ ਹੈ, ਦੋਨੋਂ ਆ ਗਏ ਸਾਡੇ ਕੋਲੇ। ਹੁਣ ਇਹਨੂੰ ਵੈਲਿਊ ਫਾਈਂਡ ਕਰਨੀ ਅਸੀਂ ਅਲਫਾ ਬਾਏ ਬੀਟਾ ਪਲੱਸ ਬੀਟਾ ਬਾਏ ਅਲਫਾ, ਇਹਦੀ ਵੈਲਿਊ ਫਾਈਂਡ ਕਰਨੀ ਆ। ਅਸੀਂ ਸੋਲਵ ਕਰਾਂਗੇ ਇਹਨੂੰ, ਵਿਚ ਇਜ਼ ਇਕੁਅਲ ਟੂ ਐਲਸੀਐਮ ਲਓ ਇਹਦਾ, ਅਲਫਾ ਬੀਟਾ ਅਲਫਾ ਸਕੇਅਰ ਪਲੱਸ ਬੀਟਾ ਦਾ ਸਕੇਅਰ। ਠੀਕ ਹੈ, ਇਹਨੂੰ ਅਸੀਂ ਖੋਲ੍ਹ ਸਕਦੇ ਹਾਂ। ਅੱਗੇ ਸਾਡੇ ਕੋਲ ਵੈਲਿਊ ਅਲਫਾ ਪਲੱਸ ਬੀਟਾ ਦੀ ਆ, ਅਲਫਾ ਪਲੱਸ ਬੀਟਾ ਦਾ ਹੋਲ ਸਕੇਅਰ -2 ਅਲਫਾ ਬੀਟਾ ਬਾਏ ਅਲਫਾ ਬੀਟਾ। ਅਸੀਂ ਇਕੁਏਸ਼ਨ ਨੂੰ ਉੱਦਾਂ ਦੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਸਾਡੇ ਕੋਲ ਵੈਲਿਊਜ਼ ਨੇ, ਜਿਵੇਂ ਅਲਫਾ ਪਲੱਸ ਬੀਟਾ ਦੀ ਵੈਲਿਊ ਹੈ ਸਾਡੇ ਕੋਲੇ, ਅਲਫਾ ਇੰਟੂ ਬੀਟਾ ਦੀ ਵੈਲਿਊ ਹੈ, ਅਲਫਾ ਸਕੇਅਰ ਪਲੱਸ ਬੀਟਾ ਸਕੇਅਰ ਦੀ ਕੋਈ ਵੈਲਿਊ ਨਹੀਂ ਹੈਗੀ ਸੀ ਸਾਡੇ ਕੋਲ, ਸਾਨੂੰ ਮੁਸ਼ਕਿਲ ਹੋ ਜਾਣੀ ਸੀ। ਹੁਣ ਇਹ ਸਾਨੇ ਇੱਦਾਂ ਦੀ ਬਣਾ ਲਈ ਹੈ, ਇਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਵੈਲਿਊਜ਼ ਹੈਗੀਆਂ ਨੇ। ਅਲਫਾ ਪਲੱਸ ਬੀਟਾ ਨੂੰ -1 ਪੁੱਟ ਕਰਾਂਗੇ, 10 ਸਕੇਅਰ ਆ ਗਿਆ, -2 ਅਲਫਾ ਇੰਟੂ ਬੀਟਾ ਇਜ਼ 1 ਪੁੱਟ ਕਰਿਆ, ਅਲਫਾ ਇੰਟੂ ਬੀਟਾ ਇਜ਼ 1। ਠੀਕ ਹੈ, ਵਿਚ ਇਜ਼ ਇਕੁਅਲ ਟੂ 1 -2 ਡਿਵਾਈਡਡ ਬਾਈ 1 ਵਿਚ ਇਜ਼ ਇਕੁਅਲ ਟੂ -1। ਠੀਕ ਹੈ, अल्फा बाय बीटा प्लस बीटा बाय अल्फा इज इक्वल टू -1, यही वैल्यू आ गई। ठीक है, मान लो स्टूडेंट्स ਤੁਹਾਨੂੰ ਇਦਾਂ ਦਾ ਕੁਐਸਚਨ ਆ ਜਾਂਦਾ। ਠੀਕ ਹੈ, ਇਹਨੂੰ ਦੇਖ ਕੇ ਤੁਸੀਂ ਘਬਰਾਉਣਾ ਨਹੀਂ ਹੈਗਾ ਵੀ ਕੀ ਆ ਗਿਆ ਇਹ x ਸਕੁਅਰ -5 ਪਲੱਸ ਆਇਓਟਾ ਪਲੱਸ 18 ਮਾਈਨਸ ਆਇਓਟਾ ਇਕੁਅਲ ਟੂ 0। ਠੀਕ ਹੈ, ਇਹਦੇ ਵਿੱਚ ਤੁਸੀਂ ਨੇ ਸਿੱਧਾ b ਦੀ ਵੈਲਿਊ ਕੱਢਣੀ ਹੈ, a ਇਜ਼ ਇਕੁਅਲ ਟੂ 1, b ਇਜ਼ ਇਕੁਅਲ ਟੂ -5 ਪਲੱਸ ਆਇਓਟਾ। ਠੀਕ ਹੈ, c ਇਜ਼ ਇਕੁਅਲ ਟੂ 18 ਮਾਈਨਸ ਆਇਓਟਾ। ठीक है भी, ਹੁਣ ਸਾਨੂੰ ਪਤਾ ਡਿਸਕ੍ਰਿਮੀਨੈਂਟ ਕੀ ਹੁੰਦਾ, ਡਿਸਕ੍ਰਿਮੀਨੈਂਟ ਇਜ਼ ਇਕੁਅਲ ਟੂ b ਸਕੁਅਰ -4ac। ਠੀਕ ਹੈ, ਡਿਸਕ੍ਰਿਮੀਨੈਂਟ ਕੱਢਾਂਗੇ ਇਹਦਾ, ਉਸ ਤੋਂ ਬਾਅਦ ਅਸੀਂ ਕੀ ਕਰਾਂਗੇ x ਦੀਆਂ ਵੈਲਿਊਜ਼ ਫਾਈਂਡ ਕਰਾਂਗੇ। x ਦੀਆਂ ਵੈਲਿਊਜ਼ -b ਪਲੱਸ -√d ਬਾਏ 2a। ਠੀਕ ਹੈ, ਇੱਦਾਂ ਹੀ ਆ, ਬਹੁਤ ਹੀ ਸੌਖਾ ਕੰਮ ਆ, ਕਰਵਾ ਤਾਂ ਨਹੀਂ ਰਿਹਾ ਕਿਉਂਕਿ ਟਾਈਮ ਵੇਸਟੇਜ ਹੀ ਲੱਗਦੀ ਹੈ ਮੈਨੂੰ, ਕਿਉਂਕਿ ਇਹ ਚੀਜ਼ਾਂ ਤੁਸੀਂ 10ਵੀਂ ਦੇ ਵਿੱਚ ਕਰ ਚੁੱਕੇ ਹੋ। ਠੀਕ ਹੈ, ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈਗਾ। ਠੀਕ ਹੈ, ਇਕੱਲਾ ਆਇਓਟਾ ਹੀ ਇਨਕਲੂਡ ਕੀਤਾ ਹੈਗਾ, ਅਤੇ ਉੱਦਾਂ ਹੀ ਅਸੀਂ ਆਇਓਟੇ ਨਾਲ ਡੀਲ ਕਰੀ ਜਾਵਾਂਗੇ, ਕੈਲਕੂਲੇਸ਼ਨਸ ਕਰੀ ਜਾਣੀਆਂ ਨੇ, ਸਾਡੇ ਕੋਲ ਕੀ ਆ ਜਾਣਾ ਆਪਣੇ ਸਲਿਊਸ਼ਨ ਆਈ ਜਾਣੇ ਆ। ਠੀਕ ਹੈ, ਅਤੇ ਉਮੀਦ ਕਰਦਾ ਤੁਹਾਨੂੰ ਕਲਾਸ ਚੰਗੀ ਲੱਗੀ ਹੋਣੀ ਆ, ਫੀਡਬੈਕ ਜ਼ਰੂਰ ਦੇਣਾ। ਧੰਨਵਾਦ।